मौतां होने तो बाद भी साडे साथियों ने उत्थे लैटर दिता एक्शन नूं भी साडे तो बनदी ड्यूटी लो जी। वो मौतां होने के बावजूद भी हथों रैज कर रहा फाजिलके दा SDO, जो कि अनलीगल है। जगतार सिंह लाइनमैन अज ला रहे हैं जो साडे साथी की मौत हो जाती है। वो कहता भी ये तो साडे कोल मौतां डेली आउंदे। अफसर है जिहड़े अज धरना लाई बैठे हैं, उन्होंने अज वो जवाब देन इस चीज़ से भी इन्हां फीडरां ते लाइनमैन क्यों नहीं लाए गए। लाइनमैन ਦੀਆਂ ਅਸਾਮੀਆਂ भी खाली ਪਈਆਂ ਪੰਜਾਬ 'ਚ। बिल्कुल बिल्कुल जी खाली ਦੱਸ ਸਕਦੇ 10,000 के करीब खाली पई होगी। पर फ्रंट लाइन ते लाइन के बावजूद भी अज साडे साथियों दी डेथां हो रही हैं। ना तो हले तक मुआवजा मिलिया जिहड़ा 50 लाख रुपया कोरोना महामारी के तहत पंजाब सरकार ने ऐलान किया सीगा। जे कोई महकमे दे विच अड़चन आ रही है भी भाई लाइनमैन घट है तो सहायक लाइनमैनां नूं लाइनमैन बनाउण। ਤੁਹਾਡੇ ਜਿਹੜੇ ਸਹਿਯੋਗੀ ਆ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਮੌਤਾਂ ਦਾ ਕਾਰਨ ਕੀ ਰਿਹਾ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਢਾਲੀਵਾਲ। ਪੰਜਾਬ ਦੀ ਗੱਲ ਕਰਦੇ ਆ। ਇੱਕ ਪਾਸੇ ਜੇ 2022 ਤੇ ਨਜ਼ਰ ਮਾਰਦੇ ਆ, ਵੋਟਾਂ ਦੀ ਰੁੱਤ ਆਉਣ ਵਾਲੀ ਹੈ, ਤੇ ਦੂਜੇ ਪਾਸੇ ਜੇ ਅਸੀਂ ਵੱਖੋ-ਵੱਖ ਵਿਭਾਗਾਂ ਦੀ ਗੱਲ ਕਰਦੇ ਆ ਤੇ ਉਹਨਾਂ ਵਿਭਾਗਾਂ ਦੇ ਵਿੱਚ ਵੱਖੋ-ਵੱਖ ਮੁਲਾਜ਼ਮਾਂ ਦੀਆਂ ਬੜੀਆਂ ਮੰਗਾਂ ਗੀਆਂ। ਕੋਈ ਠੇਕੇ ਤੇ ਮੁਲਾਜ਼ਮ ਨੇ, ਉਹ ਕਹਿੰਦੇ ਸਾਨੂੰ ਪੱਕੇ ਕਰ ਦਿਓ। ਕੋਈ ਬੇਰੁਜ਼ਗਾਰ ਵਰਗ ਆ, ਖਾਸ ਕਰਕੇ ਜੇ ਅਧਿਆਪਕਾਂ ਦੀ ਗੱਲ ਹੁੰਦੀ ਆ। ਕੋਈ ਅਜਿਹੇ ਆ ਜਿਨ੍ਹਾਂ ਦੀਆਂ ਤਨਖਾਹਾਂ ਪਹਿਲਾਂ ਜ਼ਿਆਦਾ ਸੀ, ਘਟਾਈਆਂ ਗਈਆਂ। ਵੱਖੋ-ਵੱਖ ਮੰਗਾਂ ਗੀਆਂ। ਤੇ ਇੱਕ ਪਾਸੇ ਉਹ ਮੁਲਾਜ਼ਮ ਨੇ ਖਾਸ ਕਰਕੇ ਜਿਹੜੇ ਮੁਲਾਜ਼ਮਾਂ ਦੀ ਹਰ ਵਕਤ ਹਰ ਘਰ ਦੇ ਵਿੱਚ ਹਮੇਸ਼ਾ ਲੋੜ ਰਹਿੰਦੀ ਆ, ਬਿਜਲੀ ਮੁਲਾਜ਼ਮ। ਬਿਜਲੀ 1 ਮਿੰਟ ਲਈ ਚਲੀ ਜਾਵੇ, ਖਾਸ ਕਰਕੇ ਗਰਮੀ ਦਾ ਮੌਸਮ ਚੱਲ ਰਿਹਾ ਤਾਂ ਹਾਹਾਕਾਰ ਮਚ ਜਾਂਦੀ ਆ। ਤੇ ਪਿਛਲੇ ਜਦੋਂ ਦੀ ਇਹ ਸਰਕਾਰ ਆਈ ਆ, ਕਾਂਗਰਸ ਸਰਕਾਰ, ਤੇ ਬਿਜਲੀ ਵਿਭਾਗ ਨੂੰ ਲੈ ਕੇ ਵੀ ਬੜਾ ਕੁਝ ਚੱਲਦਾ ਰਿਹਾ। ਜਿੱਥੇ ਇੱਕ ਵਾਰ ਨਵਜੋਤ ਸਿੰਘ ਸਿੱਧੂ ਨੂੰ ਵਿਭਾਗ ਦਿੱਤਾ ਗਿਆ, ਫਿਰ ਨਵਜੋਤ ਸਿੰਘ ਸਿੱਧੂ ਨੇ ਵਿਭਾਗ ਲੈਣ ਤੋਂ ਇਨਕਾਰ ਕਰਤਾ ਤੇ ਹੁਣ ਇਹ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਆ। ਪਿਛਲੇ ਦਿਨੀ ਇੱਕ ਮਾਮਲਾ ਸੀ, ਮੌੜ ਵਿਖੇ ਧਰਨਾ ਲੱਗਿਆ। ਹਾਲਾਂਕਿ ਇਹ ਮਾਮਲਾ ਪਿਛਲੇ ਦਿਨਾਂ ਦਾ ਨਹੀਂ ਸੀ। ਪਿਛਲੇ ਜੇ ਅਸੀਂ 2.5 ਸਾਲਾਂ ਦੀ ਗੱਲ ਕਰਦੇ ਹਾਂ, ਸਹਾਇਕ ਜਿਹੜੇ ਲਾਈਨਮੈਨ ਆ ਉਹ 50 ਦੇ ਕਰੀਬ ਉਹਨਾਂ ਦੀਆਂ ਮੌਤਾਂ ਹੋ ਚੁੱਕੀਆਂ ਗਈਆਂ। ਮੌਤਾਂ ਦਾ ਕੀ ਕਾਰਨ ਰਿਹਾ, ਕੀ ਗੱਲਬਾਤ ਆ, ਜਾਂ ਉਹਨਾਂ ਦੀ ਜਿਹੜੀ ਯੂਨੀਅਨ ਆ ਉਹ ਲੰਬੇ ਟਾਈਮ ਤੋਂ ਕੀ ਸੰਘਰਸ਼ ਕਰ ਰਹੀ ਆ, ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਬਲਜੀਤ ਸਿੰਘ ਮਹਿਮਾ, ਜੋ ਇਹ ਯੂਨੀਅਨ ਦੇ ਪ੍ਰਧਾਨ ਨੇ। ਬਾਈ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਾਂ ਮੌੜ ਵਾਲੀ ਗੱਲ ਤੋਂ ਹੀ ਸ਼ੁਰੂ ਕਰਦੇ ਹਾਂ। ਹਾਂਜੀ। ਉਹ ਕੀ ਮਾਮਲਾ ਸੀ ਸਾਰਾ ਉਹਦੇ ਵਿੱਚ ਜਿਹੜੇ ਚਮਕੌਰ ਸਿੰਘ ਦੀ ਡੈਥ ਹੋਈ ਹੈ 9 ਤਰੀਕ ਨੂੰ, ਉਹਦੇ ਸੰਬੰਧ ਦੇ ਵਿੱਚ ਸਾਡੇ ਜਿਹੜੇ ਸਾਥੀ ਆ ਨਾਲ ਦੇ ਸਹਾਇਕ ਲਾਈਨਮੈਨ, ਉਹਨਾਂ ਨੇ ਰਿਟਨ ਦੇ ਵਿੱਚ ਉੱਥੋਂ ਦੇ ਐਕਸ਼ਨ ਜਿਹੜਾ ਕਮਲਜੀਤ ਸਿੰਘ ਆ ਮੌਜੂਦਾ ਹੁਣ ਤੇ ਤਜਿੰਦਰ ਸਿੰਘ SDO ਨੂੰ ਰਿਟਨ ਦੇ ਵਿੱਚ ਲੈਟਰ ਦਿੱਤਾ ਵੀ ਸਾਡੇ ਤੋਂ ਜਿਹੜੀ ਬਣਦੀ ਡਿਊਟੀ ਲਈ ਜਾਵੇ, ਜਿਹੜੀ ਸਹਾਇਕ ਲਾਈਨਮੈਨਾਂ ਦੀ ਬਣਦੀ ਡਿਊਟੀ ਹੈ। ਅੱਜ ਪਾਵਰਕੌਮ ਦੇ ਜਿਹੜੇ ਅਧਿਕਾਰੀ ਆ ਇਹ ਪੱਛਮੀ ਜ਼ੋਨ ਚੀਫ ਦੇ ਅੱਗੇ ਧਰਨਾ ਲਾਈ ਬੈਠੇ ਆ। ਇਹ ਕਹਿੰਦੇ ਵੀ ਸਾਡੇ ਅਫਸਰਾਂ ਦਾ ਨਾਂ ਕੱਢਿਆ ਜਾਵੇ। ਪਹਿਲਾ ਨੰਬਰ ਤਾਂ ਜਿਹੜੇ ਮੇਨ ਦੋਸ਼ੀ SDO ਤੇ ਐਕਸ਼ਨ ਹੈ, ਇਹਦਾ ਮੇਨ ਰੀਜ਼ਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ। ਪਹਿਲਾ ਨੰਬਰ ਤਾਂ ਜਦੋਂ ਰਿਟਨ ਦੇ ਵਿੱਚ ਕੋਈ ਆਪਣੇ ਕੋਲ ਐਪਲੀਕੇਸ਼ਨ ਆ ਜਾਂਦੀ ਹੈ, ਉਹਦੇ ਤੇ ਇਮੀਡੀਏਟਲੀ ਸੰਗਿਆਨ ਲੈਣਾ ਸੀਗਾ। ਤੁਸੀਂ ਵੇਖੋ ਸਹਾਇਕ ਲਾਈਨਮੈਨ ਜਿੱਥੇ ਚਮਕੌਰ ਸਿੰਘ ਤੇ ਸੁਖਜੀਤ ਸਿੰਘ ਸਹਾਇਕ ਲਾਈਨਮੈਨ ਡਿਊਟੀ ਕਰ ਰਹੇ ਸੀ, ਉੱਥੇ ਕੋਈ ਵੀ ਲਾਈਨਮੈਨ ਨਹੀਂ ਲਾਇਆ ਗਿਆ ਉਹਨਾਂ ਨਾਲ, ਜੋ ਕਿ ਲਾਈਨਮੈਨ ਹੋਣਾ ਜ਼ਰੂਰੀ ਹੈ ਫੀਡਰ ਤੇ। ਤੁਸੀਂ ਤਾਂ ਇਹਦੇ ਹੈਲਪਰ ਹੋ। ਹਾਂਜੀ। ਫੀਡਰ ਤੇ ਲਾਇਆ ਨਹੀਂ ਗਿਆ। ਅੱਜ ਮਿਤੀ 16 ਨੂੰ, ਕੱਲ 16 ਨੂੰ ਜਗਤਾਰ ਸਿੰਘ ਲਾਈਨਮੈਨ ਅੱਜ ਲਾ ਰਹੇ ਆ ਜਦੋਂ ਸਾਡੇ ਸਾਥੀ ਦੀ ਮੌਤ ਹੋ ਜਾਂਦੀ ਹੈ। ਦੂਜਾ ਨੰਬਰ ਕੱਲੀ ਇਹ ਉੱਥੋਂ ਦੀ ਨਹੀਂ ਕਹਾਣੀ ਹੈ, ਤਾਂ ਇਹ ਪੂਰੇ ਪੰਜਾਬ ਦੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰਤਨ ਜੀ। ਕਿਸ਼ਨਪੁਰਾ ਫੀਡਰ ਹੈ ਮੌੜਾਂ ਦੇ ਵਿੱਚ, ਉੱਥੇ ਸਹਾਇਕ ਲਾਈਨਮੈਨ ਕੰਮ ਕਰ ਰਹੇ ਆ, ਕੋਈ ਉਹਨਾਂ ਨਾਲ ਲਾਈਨਮੈਨ ਨਹੀਂ ਲਾਇਆ ਗਿਆ। ਖੋਖਰ ਦੇ ਵਿੱਚ ਖੋਖਰ ਫੀਡਰ ਆ, ਉੱਥੇ ਵੀ ਸਹਾਇਕ ਲਾਈਨਮੈਨ ਕੰਮ ਕਰ ਰਹੇ ਆ, ਕੋਈ ਲਾਈਨਮੈਨ ਨਹੀਂ ਲਾਇਆ ਗਿਆ। ਡਿੱਖ ਫੀਡਰ ਆ, ਉੱਥੇ ਵੀ ਕੋਈ ਨਹੀਂ ਲਾਇਆ ਗਿਆ। ਰਾਮਨਗਰ ਫੀਡਰ ਆ, ਉੱਥੇ ਵੀ ਕੋਈ ਨਹੀਂ ਲਾਇਆ ਗਿਆ। ਮੇਨ ਦੋਸ਼ੀ ਇਹ ਲੋਕ ਜੋ ਅਫਸਰ ਆ ਜਿਹੜੇ ਅੱਜ ਧਰਨਾ ਲਾਈ ਬੈਠੇ ਆ, ਉਹਨਾਂ ਨੂੰ ਅੱਜ ਉਹ ਜਵਾਬ ਦੇਣ ਇਸ ਚੀਜ਼ ਤੇ ਵੀ ਇਹਨਾਂ ਫੀਡਰਾਂ ਤੇ ਲਾਈਨਮੈਨ ਕਿਉਂ ਨਹੀਂ ਲਾਏ ਗਏ। ਜੇ ਨਹੀਂ ਲਾਏ ਗਏ ਤਾਂ ਤੁਸੀਂ ਸਿੱਧੇ ਤੌਰ ਤੇ ਦੋਸ਼ੀ ਹੋ। ਜਿਹੜੇ ਸਾਡੇ ਕੰਟੀਨਿਊਜ ਮੌਤਾਂ ਹੋ ਰਹੀਆਂ ਹੈਗੀਆਂ, ਉਹਨਾਂ ਦੇ ਜ਼ਿੰਮੇਵਾਰ ਪੂਰੇ ਪੰਜਾਬ ਦੇ ਜਿਹੜੇ SDO ਜਾਂ ਐਕਸ਼ਨ ਹੈ। ਅਸੀਂ ਤਾਂ ਮਾਨਯੋਗ CMD ਸਾਹਿਬ ਦੇ ਵੀ ਇਹ ਚੀਜ਼ ਧਿਆਨ 'ਚ ਲਿਆਤੀ, ਮੁੱਖ ਮੰਤਰੀ ਸਾਹਿਬ ਦੇ ਵੀ ਧਿਆਨ 'ਚ ਲਿਆਂਦੀ ਹੈ ਵੀ ਜਿਹੜੀਆਂ ਇਹ ਕੰਟੀਨਿਊਜ ਮੌਤਾਂ ਹੋ ਰਹੀਆਂ, ਇਹਨਾਂ ਦੇ
ਰੋਕ ਵਾਸਤੇ ਕੋਈ ਪ੍ਰਬੰਧ ਕੀਤੇ ਜਾਣ, ਪਰ 2.5-3 ਸਾਲਾਂ ਦੇ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ। ਨਾ ਤਾਂ ਪੰਜਾਬ ਦੇ ਸਰਕਾਰ ਦੇ ਕੰਨ ਤੇ ਜੂੰ ਸੁਰਕ ਰਹੀ ਹੈ ਤੇ ਨਾ ਹੀ ਪਾਵਰਕੌਮ ਦੀ ਜੀ। ਅਸਲ ਦੇ ਵਿੱਚ ਤੁਸੀਂ ਸਹਾਇਕ ਲਾਈਨਮੈਨ ਹੋ। ਹਾਂਜੀ ਹਾਂਜੀ। ਤੁਹਾਡੀਆਂ ਡਿਊਟੀਆਂ ਕੀ ਆ ਤੇ ਕੀ ਤੁਹਾਥੋਂ ਵਾਧੂ ਕੰਮ ਕਰਾਇਆ ਜਾਂਦਾ? ਸਹਾਇਕ ਲਾਈਨਮੈਨ ਦੀਆਂ ਜਿਹੜੀਆਂ ਡਿਊਟੀਆਂ ਜੀ, ਪਾਵਰਕੌਮ ਦੇ ਰੂਲ ਐਂਡ ਰੈਗੂਲੇਸ਼ਨ ਮੁਤਾਬਕ 8 ਫੁੱਟ ਤੋਂ ਉੱਪਰ ਕੰਮ ਨਹੀਂ ਕਰ ਸਕਦੇ। ਪਰ ਪਾਵਰਕੌਮ ਦੇ ਅਧਿਕਾਰੀ ਕੀ ਕਰ ਰਹੇ ਆ, ਸਾਡੇ ਸਾਥੀਆਂ ਨੂੰ ਅਫੀਸ਼ੀਅਲ ਤੌਰ ਤੇ ਡਰਾਉਂਦੇ ਆ ਵੀ ਭਾਈ ਤੁਹਾਨੂੰ ਅਫੀਸ਼ੀਅਲ ਲੈਟਰ ਕੱਢ ਦਾਂਗੇ ਜਾਂ ਤੁਹਾਡੀ ਐਬਸੈਂਟ ਲਾ ਦਾਂਗੇ। ਡਰਾ ਧਮਕਾ ਕੇ ਇਕੱਲਾ ਸਹਾਇਕ ਲਾਈਨਮੈਨਾਂ ਨੇ ਨਹੀਂ, ਜਿੰਨੇ ਇੱਥੇ ਭਾਵੇਂ ਤਾਂ ਉਹ ਥਰਮਲ ਚੋਂ ਬਾਹਰ ਆਏ ਅਨਸਕਿਲਡ ਹੈ ਜਾਂ ਆਰਟੀਐਮ ਡੈਥ ਕੇਸ ਤੇ ਕੋਈ ਭਰਤੀ ਹੋ ਜਾਂਦਾ ਹੈ ਜਾਂ ਯੋਗਤਾ ਦੇ ਮੁਤਾਬਕ ਸਹਾਇਕ ਲਾਈਨਮੈਨ ਡੈਥ ਕੇਸ ਤੇ ਆ ਜਾਂਦੇ ਆ, ਜਾਂ ਠੇਕਾ ਮੁਲਾਜ਼ਮ ਹੈ ਜਿਹੜੇ CHB ਵਾਲੇ, ਉਹਨਾਂ ਦੀਆਂ 100 ਤੋਂ ਵੱਧ ਮੌਤਾਂ ਹੋ ਚੁੱਕੀਆਂ। ਪਰ ਸਰਕਾਰਾਂ ਗੁੰਗੀਆਂ ਹੋਈਆਂ ਬੈਠੀਆਂ ਜੀ। ਇਹਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਇੱਥੋਂ RMB ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਇਮੀਡੀਏਟਲੀ ਇਸ ਮਸਲੇ ਤੇ ਸੰਗਿਆਨ ਲਿਆ ਜਾਵੇ, ਤਾਂ ਜੋ ਜਿਹੜੀਆਂ ਇਹ ਕੰਟੀਨਿਊਜ ਮੌਤਾਂ ਹੋ ਰਹੀਆਂ ਉਹਨਾਂ ਤੇ ਰੋਕ ਲੱਗ ਸਕੇ। ਜਿਹੜਾ ਤੁਸੀਂ ਕਹਿ ਰਹੇ ਹੋ ਵੀ ਅਸੀਂ 8 ਫੁੱਟ ਤੋਂ ਉੱਪਰ ਸਾਥੋਂ ਕੰਮ ਨਹੀਂ ਲਿਆ ਜਾ ਸਕਦਾ ਜਾਂ ਹੋਰ ਗੱਲਾਂ ਗੀਆਂ ਜਿਹੜੀਆਂ ਹੋਰ ਮੁਸ਼ਕਲਾਂ ਗੀਆਂ, ਇਹ ਤੁਹਾਡੇ ਕੋਲੇ ਜਦੋਂ ਤੁਹਾਡੀ ਜੁਆਇਨਿੰਗ ਹੁੰਦੀ ਹੈ ਤੁਹਾਨੂੰ ਬਕਾਇਦਾ ਲਿਖਤ ਦੇ ਵਿੱਚ ਦਿੱਤਾ ਜਾਂਦਾ ਵੀ ਤੁਹਾਡੀਆਂ? ਬਿਲਕੁਲ ਉਹਦੇ ਵਿੱਚ ਸਾਰੀਆਂ ਗਾਈਡਲਾਈਨਾਂ ਜਿਹੜੀਆਂ ਉਹਦੇ ਵਿੱਚ ਮੈਂਸ਼ਨ ਆ ਵੀ SDO ਦੀ ਕੀ ਡਿਊਟੀ ਹੈ, JE ਦੀ ਕੀ ਡਿਊਟੀ ਹੈ, ਲਾਈਨਮੈਨ ਦੀ ਕੀ ਡਿਊਟੀ ਹੈ, ਸਹਾਇਕ ਲਾਈਨਮੈਨ ਦੀ ਕੀ ਡਿਊਟੀ ਹੈ। ਪਰ ਮੈਂ ਤੁਹਾਨੂੰ ਰਤਨ ਜੀ ਦੱਸਣਾ ਚਾਹੁੰਦਾ, ਇਹ ਤਾਂ ਜਦੋਂ ਅਸੀਂ ਭਰਤੀ ਹੋਏ ਉਦੋਂ ਮਾਨਯੋਗ ਗੁਰਪ੍ਰੀਤ ਸਿੰਘ ਕਾਂਗੜ ਜੀ ਬਿਜਲੀ ਮੰਤਰੀ ਸੀਗੇ ਤੇ ਅਸੀਂ ਉੱਥੇ ਇਹਨਾਂ ਨੇ ਕੀ ਕੀਤਾ, ਸਾਨੂੰ IT ਪਲੱਸ ਅਪ੍ਰੈਂਟਿਸ ਸਾਡਾ ਕੋਰਸ ਕੀਤਾ ਜੀ। ਉਹਦੇ ਵਿੱਚ ਸਾਨੂੰ ਜਦੋਂ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ ਇਹਨਾਂ ਨੇ ਕਿਹਾ ਵੀ ਤੁਹਾਨੂੰ DC ਰੇਟ ਦਿੱਤਾ ਜਾਊਗਾ ਤੇ DC ਰੇਟ ਦੇ ਵਿੱਚ ਕਹਿੰਦੇ ਤੁਹਾਨੂੰ ਤਨਖਾਹ ਅਣਸਿੱਖਤ ਦੀ ਮਿਲੂਗੀ, 4th ਕਲਾਸ ਦੀ ਤਨਖਾਹ। ਸਾਨੂੰ 4th ਕਲਾਸ ਦੀ ਜੋ ਤਨਖਾਹ ਪਾਈ, ਅਸੀਂ ਰਿਟਨ ਦੇ ਵਿੱਚ ਮਾਨਯੋਗ ਕਾਂਗੜ ਸਾਹਿਬ ਦੇ ਵੀ ਇਹ ਚੀਜ਼ ਮਸਲਾ ਧਿਆਨ 'ਚ ਲਿਆਂਦਾ ਵੀ ਭਾਈ ਸਾਡੀ ਯੋਗਤਾ ਤਾਂ DC ਰੇਟ ਦੇ ਮੁਤਾਬਕ ਅਸੀਂ ਤੀਜੀ ਸਿੱਖਤ ਕੈਟਾਗਰੀ ਵਿੱਚ ਆਉਣੇ ਆ। ਪਰ ਜਿਹੜਾ ਕਾਂਗੜ ਸੀਗਾ ਉਹਨੇ ਸਾਡੀ ਗੱਲ ਸੁਣਨ ਦੀ ਬਜਾਏ ਪਾਵਰਕੌਮ ਨਾਲ ਮਿਲੀ ਭੁਗਤ ਕਰਕੇ ਸਾਡੀ ਗੱਲ ਨੂੰ ਇਗਨੋਰ ਕੀਤਾ। ਬਕਾਇਦਾ ਤੌਰ ਤੇ ਫਿਰ ਅਸੀਂ ਇਸ ਚੀਜ਼ ਦੀ ਜਿਹੜਾ ਡਿਪਟੀ ਕਮਿਸ਼ਨ ਪਟਿਆਲਾ ਦਾ ਸਾਨੂੰ DC ਰੇਟ ਮਿਲ ਰਿਹਾ ਪੰਜਾਬ ਦੇ ਵਿੱਚ, ਅਸੀਂ ਉੱਥੇ ਉਹਨਾਂ ਕੋਲ ਕੰਪਲੇਂਟ ਕੀਤੀ ਵੀ ਸਾਨੂੰ ਦੱਸਿਆ ਜਾਵੇ ਵੀ ਅਸੀਂ ਕਿਹੜੀ ਕੈਟਾਗਰੀ ਦੇ ਵਿੱਚ ਆਉਣੇ ਆ। ਤਾਂ ਇਹਨਾਂ ਨੇ ਕੀ ਕੀਤਾ, ਉੱਥੋਂ CMD ਨੇ ਲੈਟਰ, ਬਲਦੇਵ ਸਰਾਂ ਸੀਗੇ ਉਦੋਂ, ਉਹਨਾਂ ਨੇ ਲੈਟਰ ਜਾਰੀ ਕਰਤਾ ਵੀ ਇਹਨਾਂ ਨੂੰ ਸਿੱਖਤ ਦੀ ਤਨਖਾਹ ਬਣਾਈ ਜਾਵੇ। ਪਰ ਸਿੱਖਤ ਦੀ ਜੋ ਤਨਖਾਹ ਬਣ ਗਈ ਤਾਂ ਉੱਥੇ ਪ੍ਰੈਸ਼ਰ ਪਿਆ ਸਰਕਾਰ ਦਾ ਵੀ ਇਹਨਾਂ ਨੂੰ, ਜਾਂ ਜਥੇਬੰਦੀਆਂ ਜਿਹੜੀਆਂ ਇਹਨਾਂ ਨਾਲ ਅਟੈਚ ਹੋ ਕੇ ਚੱਲਦੀਆਂ ਕਾਂਗਰਸ ਨਾਲ, ਉਹਨਾਂ ਨੇ ਫਿਰ ਸਾਨੂੰ ਸਮੀ ਸਕਿਲਡ ਦੇ ਵਿੱਚ ਅੱਜ ਸਾਨੂੰ ਸਮੀ ਸਕਿਲਡ ਦੀ ਅਣਸਿੱਖਤ ਦੀ ਤਨਖਾਹ ਮਿਲ ਰਹੀ ਹੈ। ਠੀਕ ਹੈ, ਮਤਲਬ ਮਸਲਾ ਤੁਹਾਡਾ ਹੱਲ ਨਹੀਂ ਹੋਇਆ? ਨਹੀਂ ਬਿਲਕੁਲ ਨਹੀਂ, ਬਿਲਕੁਲ ਸਾਨੂੰ ਮਾਨਯੋਗ ਹਾਈ ਕੋਰਟ ਜਾਣਾ ਪਿਆ ਇਸ ਸੰਬੰਧ ਦੇ ਵਿੱਚ ਤੇ ਜੋ ਕਿ ਹੁਣ ਮਸਲਾ ਉੱਥੇ ਪੈਂਡਿੰਗ ਹੈ। ਬਕਾਇਦਾ ਤੌਰ ਤੇ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਮਹਿਕਮੇ ਦੇ ਵਿੱਚ ਕੰਟੀਨਿਊ ਸ਼ੋਸ਼ਣ ਹੋ ਰਿਹਾ। ਤੇ ਜਿਹੜੀਆਂ ਤੁਹਾਡੇ ਜਿਹੜੇ ਸਹਿਯੋਗੀ ਆ ਜਿਨ੍ਹਾਂ ਦੀਆਂ ਮੌਤਾਂ ਹੋਣਗੀਆਂ, ਮੌਤਾਂ ਦਾ ਕਾਰਨ ਕੀ ਰਿਹਾ ਇਹ ਵੀ ਦੱਸ ਦਿਓ ਦਰਸ਼ਕਾਂ। ਕਾਰਨ ਤਾਂ ਇਹ ਹੈ ਜੀ, ਪਾਵਰਕੌਮ ਤੇ ਜਿਹੜਾ ਮਿਨਿਸਟਰ ਹੈ ਉਹਦੀ ਨਲਾਇਕੀ ਕਾਰਨ ਇਹ ਹਾਦਸੇ ਹੋ ਰਹੇ ਆ। ਜੇ ਇਮੀਡੀਏਟਲੀ ਮਹਿਕਮਾ ਤਾਂ ਫਿਰ ਮੁੱਖ ਮੰਤਰੀ ਸਾਹਿਬ ਕੋਲ ਹੀ ਹੈ। ਬਿਲਕੁਲ ਜੇ ਇਮੀਡੀਏਟਲੀ ਇਹਨਾਂ ਚੀਜ਼ਾਂ ਤੇ ਸੰਗਿਆਨ ਲਿਆ ਗਿਆ ਹੁੰਦਾ ਤਾਂ ਇਹ ਰਤਨ ਜੀ ਮੌਤਾਂ ਨਹੀਂ ਹੋਣੀਆਂ ਸੀ ਕੰਟੀਨਿਊਜ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਹਰਪ੍ਰੀਤ ਸਿੰਘ ਆ ਭਰੀ ਸਬ ਡਿਵੀਜ਼ਨ ਤੋਂ ਜੀ, 3 ਮਹੀਨੇ ਹੋਏ ਸੀ ਵਿਆਹ ਹੋਏ ਨੂੰ ਤੇ ਉਹਦੀ ਰੋਂਦੀ ਕਰਲਾਉਂਦੀ ਪਤਨੀ ਨੂੰ ਛੱਡ ਕੇ ਉਹ ਅੱਜ ਚਲਾ ਗਿਆ। ਪਰ ਸਰਕਾਰ ਦੇ ਨਾ ਤਾਂ ਉਹਦੇ ਤੇ ਕੋਈ ਸਟੇਟਮੈਂਟ ਦਿੱਤੀ ਮਾਨਯੋਗ ਮੁੱਖ ਮੰਤਰੀ ਨੇ, ਨਾ CMD ਨੇ। ਅਸੀਂ ਬਕਾਇਦਾ ਤੌਰ ਤੇ ਉਹਨਾਂ ਦੀਆਂ ਸਨੈਪਾਂ ਲੈ ਕੇ ਗਏ। CMD ਦੀ ਜਿਹੜੀ ਲੈਂਗੁਏਜ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਉਹ ਕਹਿੰਦਾ ਵੀ ਇਹ ਤਾਂ ਸਾਡੇ ਕੋਲ ਮੌਤਾਂ ਡੇਲੀ ਆਉਂਦੀਆਂ। ਸਾਡੀ ਅਸੀਂ ਮੰਗ ਲੈ ਕੇ ਗਏ ਸੀ ਵੀ ਸਾਨੂੰ ਇਸ ਸੰਬੰਧ ਵਿੱਚ ਮੀਟਿੰਗ ਦਿਓ ਤਾਂ ਜੋ ਇਹਨਾਂ ਤੇ ਰੋਕ ਲੱਗ ਸਕੇ ਜਿਹੜੀਆਂ ਮੌਤਾਂ ਕੰਟੀਨਿਊ। ਕਿਹੜੇ ਅਫਸਰ ਨੇ ਇਹ ਗੱਲ ਕਹੀ? ਇਹ CMD ਨੇ। ਨਾਮ ਦੱਸ ਸਕਦੇ ਹੋ? ਵੀਨੂ ਪ੍ਰਸ਼ਾਦ, ਉਹਨਾਂ ਨੇ ਇਹ ਗੱਲ ਕਹੀ? ਹਾਂ ਬਿਲਕੁਲ। ਤੇ ਜਿੰਨੀਆਂ ਇਹ ਮੌਤਾਂ ਹੋਣਗੀਆਂ ਸਾਰੀਆਂ ਕਰੰਟ ਲੱਗਣ ਕਾਰਨ ਹੋਈਆਂ ਜੀ। ਬਕਾਇਦਾ ਤੌਰ ਤੇ ਫੌਜਾ ਸਿੰਘ ਹੈ, ਗੋਬਿੰਦ ਸਿੰਘ son of ਫੌਜਾ ਸਿੰਘ, ਭਿੱਖੀ ਸਬ ਡਿਵੀਜ਼ਨ ਹੈ। ਉਹ ਮੁੰਡਾ ਅੱਜ ਅਪਾਹਜ ਹੋਇਆ ਬੈਠਾ, 100% ਅਪਾਹਜ ਹੋ ਗਿਆ। 10 ਦਿਨ ਹੋ ਗਏ ਸੀ ਉਹਨੂੰ ਭਰਤੀ ਹੋਏ ਨੂੰ। ਇਹ ਪਾਵਰਕੌਮ ਦੀ ਨਲਾਇਕੀ ਕਾਰਨ ਅੱਜ ਉਹ ਮੰਜੇ 'ਚ ਬੈਠਾ ਜੀ। ਫਾਜ਼ਿਲਕੇ ਦੇ ਵਿੱਚ ਵਿਸ਼ੇਸ਼ਪਾਲ ਹੈ, ਕੁਲਦੀਪ ਸਿੰਘ ਹੈ, ਜਿਨ੍ਹਾਂ ਦੀਆਂ ਮੌਤਾਂ ਹੋਣ ਤੋਂ ਬਾਅਦ ਵੀ ਸਾਡੇ ਸਾਥੀਆਂ ਨੇ ਉੱਥੇ ਲੈਟਰ ਦਿੱਤਾ ਐਕਸ਼ਨ ਨੂੰ ਵੀ ਸਾਡੇ ਤੋਂ ਬਣਦੀ ਡਿਊਟੀ ਲਓ ਜੀ। ਉਹ
ਮੌਤਾਂ ਹੋਣ ਦੇ ਬਾਵਜੂਦ ਵੀ ਆਥੋਰਾਈਜ਼ ਕਰ ਰਿਹਾ ਫਾਜ਼ਿਲਕੇ ਦਾ ਐਸਟੀਓ, ਜੋ ਕਿ ਅਨਲੀਗਲ ਹੈ। ਆਥੋਰਾਈਜ਼ ਇਹ ਕਰ ਹੀ ਨਹੀਂ ਸਕਦੇ। ਆਥੋਰਾਈਜ਼ ਰਤਨ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਆਥੋਰਾਈਜ਼ ਇਹ ਉਹਨਾਂ ਨੂੰ ਕਰ ਸਕਦੇ ਜਿਹੜੇ 9 ਸਾਲਾ 16 ਸਾਲਾ ਇਹਨਾਂ ਨੇ ਲੈ ਲਿਆ, ਲੈਂਡਮੈਨ ਦਾ ਸਕੇਲ ਲੈ ਰਿਹਾ, ਇਹ ਕਹਿਣ ਦਾ ਭਾਵ ਉਹਨਾਂ ਨੂੰ ਆਥੋਰਾਈਜ਼ ਕਰ ਰਹੇ ਆ। ਪਰ ਇਹ ਜਿਹੜੇ ਪਾਵਰਕੌਮ ਦੇ ਅਧਿਕਾਰੀ ਹੈ, ਇਹ ਜ਼ਬਰਦਸਤੀ ਜਿਹੜੇ ਸਹਾਇਕ ਲੈਂਡਮੈਨ CRA 299 ਤੇ 295/19 ਨੂੰ ਜ਼ਬਰਦਸਤੀ ਇਹ ਕੰਮ ਕਰਵਾ ਰਹੇ ਆ ਜੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਆਹ ਹਾਦਸਾ ਹੋਇਆ ਮੋੜਾਂ ਵਾਲਾ ਤੇ 4 ਦਿਨ ਅਸੀਂ ਕੰਟੀਨਿਊ ਦਿਨ ਰਾਤ ਉੱਥੇ ਧਰਨਾ ਲਾਇਆ ਤੇ ਅੱਜ ਜਿਹੜੇ ਅਫਸਰਾਂ ਨੇ ਆਥੋਰਾਈਜ਼ ਕੀਤਾ ਸੀ, ਮੁਕਤਸਰ ਦਾ ਮੈਂ ਤੁਹਾਨੂੰ ਲੈਟਰ ਭੇਜ ਕੇ ਹਟਿਆ, ਮਾਨਸਾ ਦਾ ਲੈਟਰ ਤੁਹਾਨੂੰ ਭੇਜਤਾ ਮੈਂ ਜੀ, ਬਰਨਾਲੇ ਦਾ ਭੇਜਤਾ, ਜਿੱਥੇ ਉਹਨਾਂ ਨੇ ਇਮੀਡੀਏਟਲੀ ਨਾਲ ਦੀ ਨਾਲ ਅੱਜ ਹਾਦਸਾ ਹੋਣ ਤੋਂ ਬਾਅਦ ਇਹ ਜਿਹੜੇ ਅਫਸਰ ਹੈ ਉਹਨਾਂ ਨੂੰ ਜਿਹੜੇ ਆਥੋਰਾਈਜ਼ ਕੀਤੇ ਸੀ ਉਹਨਾਂ ਨੂੰ ਕੈਂਸਲ ਕਰ ਰਹੇ ਆ ਆਰਡਰਾਂ ਨੂੰ। ਕਹਿਣ ਦਾ ਭਾਵ ਵੀ ਜਦੋਂ ਮੌਤਾਂ ਹੋ ਗਈਆਂ ਜਾਂ ਨੁਕਸਾਨ ਹੋ ਗਿਆ, ਇਹ ਚੀਜ਼ਾਂ ਪਹਿਲਾਂ ਹੀ ਇਹਨਾਂ ਨੇ ਉਹ ਕਰਨੀਆਂ ਸੀਗੀਆਂ ਜਿਹੜੀਆਂ ਅੱਜ ਕਰ ਰਹੇ ਆ। ਤੁਹਾਨੂੰ ਬਕਾਇਦਾ ਲਿਖਤ ਦੇ ਵਿੱਚ ਆਥੋਰਾਈਜ਼ ਕੀਤਾ ਜਾਂਦਾ ਹੈ? ਬਿਲਕੁਲ ਬਿਲਕੁਲ ਬਿਲਕੁਲ, ਉਹ ਵੀ ਉੱਥੇ ਕੀਤਾ ਜਾਂਦਾ ਜਿੱਥੇ ਸਾਡੇ ਸਾਥੀਆਂ ਤੇ ਇਹ ਦਬਾਅ ਬਣਾ ਰਹੇ ਆ। ਪੂਰੇ ਪੰਜਾਬ ਦੀ ਘਟਨਾ ਜੀ ਇਹ ਰਤਨ ਜੀ, ਇਕੱਲੇ ਇੱਥੋਂ ਦੀ ਨਹੀਂ, ਪੂਰੇ ਪੰਜਾਬ ਦੀ ਘਟਨਾ ਹੈ। ਆ ਹੁਣ ਮੇਰੇ ਕੋਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਈ ਜਿਹੜੇ ਕਰੰਟ ਨਾਲ ਪਾਜ ਹੋ ਗਏ, ਮੌਤ ਨਹੀਂ ਹੋਈ ਉਹਨਾਂ ਦੀ, ਉਹਨਾਂ ਦਾ ਪਾਵਰਕੌਮ ਦੇ ਵਿੱਚ ਸੇਵਾਵਾਂ ਨਿਭਾਉਂਦੇ ਕਰੰਟ ਲੱਗ ਗਿਆ ਕਿ ਪ੍ਰੋਬੇਸ਼ਨ ਪੀਰੀਅਡ ਦੇ ਅਧੀਨ ਸੀ। ਅੱਜ ਪਾਵਰਕੌਮ ਦੇ ਕੁਝ ਅਧਿਕਾਰੀ ਕਹਿ ਰਹੇ ਆ ਵੀ ਇਹ ਜੀ ਇੰਨਾ ਟਾਈਮ ਮੈਡੀਕਲ ਛੁੱਟੀ ਤੇ ਰਿਹਾ ਹੈ ਤੇ ਇਹਦਾ ਜਿਹੜਾ ਪ੍ਰੋਬੇਸ਼ਨ ਪੀਰੀਅਡ ਆ ਉਹ ਵਧਾਇਆ ਜਾਵੇ। ਦੇਖੋ ਰਤਨ ਜੀ, ਇੱਕ ਪਾਸੇ ਸਰਕਾਰ ਕਹਿ ਰਹੀ ਹੈ ਵੀ ਪਾਵਰਕੌਮ ਹੈ, ਇਹਨੂੰ ਅਸੀਂ ਫਰੰਟ ਲਾਈਨ ਤੇ ਲੈ ਰਹੇ ਹਾਂ, ਮੈਡੀਕਲ ਵਾਲੇ ਅਫਸਰ ਹੋ ਗਏ ਜਾਂ ਪਾਵਰਕੌਮ ਹੋ ਗਿਆ, ਇਹ ਐਮਰਜੈਂਸੀ ਡਿਊਟੀਆਂ ਨਿਭਾ ਰਹੇ ਆ। ਪੰਜਾਬ ਸਰਕਾਰ ਦਾ ਬਿਆਨ ਆ ਵੀ ਅਸੀਂ ਫਰੰਟ ਲਾਈਨ ਤੇ ਲੈ ਰਹੇ ਹਾਂ, ਪਰ ਫਰੰਟ ਲਾਈਨ ਤੇ ਲੈਣ ਦੇ ਬਾਵਜੂਦ ਵੀ ਅੱਜ ਸਾਡੇ ਸਾਥੀਆਂ ਦੀਆਂ ਡੈਥਾਂ ਹੋ ਰਹੀਆਂ, ਨਾ ਤਾਂ ਹਲੇ ਤੱਕ ਮੁਆਵਜ਼ਾ ਮਿਲਿਆ ਜਿਹੜਾ 50 ਲੱਖ ਰੁਪਈਆ ਕਰੋਨਾ ਮਹਾਮਾਰੀ ਦੇ ਤਹਿਤ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀਗਾ, ਤੇ ਨਾ ਹੀ ਕੋਈ ਹੋਰ ਹੈਲਪ ਮਿਲੀ ਹੈ ਜੀ। ਅਸੀਂ ਬਕਾਇਦਾ ਤੌਰ ਤੇ ਜਿਹੜੇ ਕਰੰਟ ਨਾਲ ਤੁਹਾਡੇ ਸਾਥੀ ਮਰੇ ਨੇ, ਹਾਂਜੀ ਹਾਂਜੀ, ਜਿਹੜੀਆਂ ਮੌਤਾਂ ਹੋਈਆਂ, ਉਹਨਾਂ ਨੂੰ ਕੋਈ ਹੈਲਪ ਨਹੀਂ ਹੋਈ ਜਾਂ ਕੁਝ ਵੀ, ਉਹਨਾਂ ਨੂੰ ਨੌਕਰੀ ਵਗੈਰਾ ਜਾਂ ਕੁਝ ਵੀ ਨਹੀਂ? ਨੌਕਰੀ ਤਾਂ ਪਾਵਰਕੌਮ ਦੇ ਰੂਲ ਐਂਡ ਰੈਗੂਲੇਸ਼ਨ ਮੁਤਾਬਕ ਮਿਲਣੀ ਹੈ ਜੀ, ਪਰ ਸਰਕਾਰ ਨੇ ਫਰੰਟ ਲਾਈਨ ਦੇ ਵਿੱਚ ਲਿਆ ਹੋਇਆ ਪਾਵਰਕੌਮ ਨੂੰ ਵੀ ਐਮਰਜੈਂਸੀ ਇਹ ਕਰੋਨਾ ਮਹਾਮਾਰੀ 'ਚ ਇਹ ਡਿਊਟੀਆਂ ਨਿਭਾ ਰਹੇ ਆ। ਜਿਹੜਾ ਐਮਰਜੈਂਸੀ ਜਿਵੇਂ ਹੁਣ ਮੈਡੀਕਲ ਅਫਸਰ ਆ ਜਾਂ ਇਹਨਾਂ ਨੂੰ ਵੀ ਫਰੰਟ ਲਾਈਨ ਦੇ ਵਿੱਚ ਲਿਆ ਹੋਇਆ ਵੀ ਜੇ ਕੋਈ ਐਮਰਜੈਂਸੀ ਡਿਊਟੀਆਂ ਨਿਭਾਉਂਦਾ ਕੋਈ ਹਾਦਸਾ ਹੋ ਜਾਂਦਾ ਤਾਂ ਇਹਨਾਂ ਨੂੰ 50 ਲੱਖ ਰੁਪਇਆ। ਬਿਲਕੁਲ 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 ਜੀ। ਤੇ ਇਹਦੇ ਵਿੱਚ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ RMB ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਵੀ ਇਮੀਡੀਏਟਲੀ ਤੁਹਾਡੇ ਕੋਲ ਇਹ ਮਹਿਕਮਾ ਹੈ, ਲਗਾਤਾਰ ਮਾਵਾਂ ਦੇ ਪੁੱਤ ਦੀਆਂ ਮੌਤਾਂ ਹੋ ਰਹੀਆਂ, ਇਹਨੂੰ ਇਮੀਡੀਏਟਲੀ ਸੰਗਿਆਨ ਲੈਣ ਤੇ ਇਹਦਾ ਪਟਿਆਲਾ ਹੈੱਡ ਆਫਿਸ ਚੋਂ ਬਣਦੀ ਡਿਊਟੀ ਦਾ ਲੈਟਰ ਜਾਰੀ ਕਰਨਾ। ਇੱਕ ਮੈਂ ਹੋਰ ਜਾਣਕਾਰੀ ਲੈਣਾ ਚਾਹੂੰਗਾ, ਤੁਸੀਂ ਟੋਟਲ ਪੰਜਾਬ ਦੇ ਵਿੱਚ ਕਿੰਨੇ ਵਰਕਰ ਹੋ ਜਿਹੜੇ ਸਹਾਇਕ ਲਾਈਨਮੈਨ ਨੇ, ਕਿੰਨੇ ਨੇ ਪੰਜਾਬ ਦੇ ਵਿੱਚ? ਸਹਾਇਕ ਲਾਈਨਮੈਨ 299/16 ਦੇ ਅਧੀਨ 2800 ਸਹਾਇਕ ਲਾਈਨਮੈਨ ਹੈ ਜੀ, ਤੇ ਜਿਹੜਾ CRA 295/19 ਆ ਉਹਦੇ ਵਿੱਚ 3500 ਹੈ ਜੀ। 6000 ਪਲੱਸ? ਹਾਂਜੀ 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 ਹਾਂਜੀ। ਸਾਰੇ ਜ਼ਿਲ੍ਹਿਆਂ 'ਚ ਇਹੀ ਹਾਲ ਹੈ? ਬਿਲਕੁਲ ਸਾਰੇ ਜੀ, ਸਾਰੇ ਪੂਰੇ ਪੰਜਾਬ 'ਚ ਕੰਟੀਨਿਊ ਘਟਨਾ ਹੋ ਰਹੀਆਂ ਹੈ। ਤੇ ਜਿਹੜੇ ਤੁਸੀਂ ਜੇ ਆਪਾਂ ਗੱਲ ਕਰ ਲਈਏ, ਜਿਵੇਂ ਹੁਣ ਆਪਾਂ ਬਠਿੰਡੇ ਦੀ ਗੱਲ ਕਰਦੇ ਆ, ਇੱਥੇ ਮਨਪ੍ਰੀਤ ਸਿੰਘ ਬਾਦਲ ਨੇ, ਮੌਜੂਦਾ ਮੰਤਰੀ ਨੇ, ਕੈਬਨਿਟ ਮਿਨਿਸਟਰ ਗੁਰਪ੍ਰੀਤ ਸਿੰਘ ਕਾਂਗੜ ਨੇ, 2 ਮੰਤਰੀ ਬੈਠੇ ਨੇ ਜ਼ਿਲ੍ਹੇ ਦੇ ਵਿੱਚ, ਇਹਨਾਂ ਨੂੰ ਵੀ ਕੋਈ ਮੰਗ ਪੱਤਰ ਵਗੈਰਾ ਕੋਈ ਦੱਸਿਆ ਗਿਆ ਇਹਨਾਂ ਦੇ ਧਿਆਨ 'ਚ ਇਹ ਗੱਲ? ਬਿਲਕੁਲ ਬਿਲਕੁਲ, ਕਾਂਗੜ ਸਾਹਿਬ ਦੇ ਵੀ ਧਿਆਨ 'ਚ ਆ ਵੀ ਜੀ ਇਹ ਸਾਡੀ ਡਿਊਟੀ ਨਹੀਂ ਬਣਦੀ। ਬਕਾਇਦਾ ਤੌਰ ਤੇ ਅਸੀਂ ਗੋਬਿੰਦ ਦੇ ਮਸਲੇ 'ਚ ਵੀ ਮਿਲੇ ਸੀਗੇ ਵੀ ਇਮੀਡੀਏਟਲੀ ਇਹਨਾਂ ਦਾ ਜਿਹੜਾ ਮੈਡੀਕਲ ਆ ਜੀ ਪਾਸ ਕਰਵਾਓ, ਬੰਦਾ ਮੰਜੇ 'ਚ ਪਿਆ ਹੈ ਤੇ ਉਹਦੇ ਵਿੱਚ ਨਾ ਤਾਂ ਉਹਦਾ ਮੈਡੀਕਲ ਹਲੇ ਤੱਕ ਪਾਸ ਹੋਇਆ, ਜੋ ਕਿ ਪਾਸ ਹੋਣਾ ਇਹਨਾਂ ਨੇ ਬਾਅਦ ਦੇ ਵਿੱਚ ਕਰਤਾ ਸੀਗਾ ਵੀ ਜਿਹੜੇ ਹਾਦਸੇ ਹੋਣਗੇ ਉਹਨਾਂ ਦਾ ਅਸੀਂ ਮੈਡੀਕਲ ਪਾਸ ਕਰਾਂਗੇ। ਪਰ ਅਸੀਂ ਮੰਗ ਕਰਦੇ ਵੀ ਜਿਹੜਾ ਗੋਬਿੰਦ ਸਿੰਘ ਫੌਜਾ ਸਿੰਘ ਸਬ ਡਿਵੀਜ਼ਨ ਭਿੱਖੀ ਹੈ ਜੀ, ਉਹਨਾਂ ਦਾ ਵੀ ਮੈਡੀਕਲ, ਕਿਉਂਕਿ ਉਹ ਡਿਊਟੀ ਦੌਰਾਨ ਕਰੰਟ ਲੱਗਿਆ ਉਹਨੂੰ, ਉਹਨਾਂ ਦਾ ਵੀ ਮੈਡੀਕਲ ਆ ਜਿਹੜਾ ਘੱਟੋ ਘੱਟ 6 ਤੋਂ 7 ਲੱਖ ਰੁਪਈਆ ਉਹਦਾ ਖਰਚ ਹੋ ਚੁੱਕਿਆ। ਪਰ ਸਰਕਾਰ ਨੂੰ ਚਾਹੀਦਾ ਜਾਂ ਪਾਵਰਕੌਮ ਨੂੰ ਚਾਹੀਦਾ ਵੀ ਉਹਦਾ ਮੈਡੀਕਲ ਇਮੀਡੀਏਟਲੀ ਪਾਸ ਕਰਨਾ ਚਾਹੀਦਾ ਜੀ। ਹੋਰ ਕੀ ਮੰਗ ਰੱਖਦੇ ਹੋ ਤੁਸੀਂ ਸਰਕਾਰ ਨੂੰ? ਹੋਰ ਕੀ ਮੰਗਾਂ ਗਈਆਂ ਤੁਹਾਡੀਆਂ? ਸਰਕਾਰ ਨੂੰ ਮੰਗਾਂ ਇਹੀ ਹੈ ਵੀ ਜਿਹੜੀਆਂ ਇਹ ਕੰਟੀਨਿਊ ਸਾਡੀਆਂ ਮੌਤਾਂ ਹੋ ਰਹੀਆਂ ਸਾਥੀਆਂ ਦੀਆਂ, ਉਹਨਾਂ ਤੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਅੱਗੇ ਤੋਂ ਕਿਸੇ ਦੀ ਮੌਤ ਨਾ ਹੋਵੇ। ਦੂਜਾ, ਜੇ ਪਾਵਰਕੌਮ ਨੂੰ ਆਏ ਆ ਵੀ ਮਹਿਕਮੇ ਦੇ ਵਿੱਚ ਮੁਲਾਜ਼ਮ ਘੱਟ ਹੈ ਤੇ ਬਕਾਇਦਾ ਤੌਰ ਤੇ ਜਿਹੜੇ ਸਹਾਇਕ ਲਾਈਨਮੈਨ ਹੈ, ਜੇ ਲਾਈਨਮੈਨਾਂ ਦਾ ਇਹਨਾਂ ਨੇ ਕੰਮ ਲੈਣਾ, ਇਹਨਾਂ ਨੂੰ ਲਾਈਨਮੈਨ ਬਣਾਉਣ, ਸਹਾਇਕ ਲਾਈਨਮੈਨਾਂ ਨੂੰ ਲਾਈਨਮੈਨ ਬਣਾਉਣ। ਜਦੋਂ ਉਹ ਯੋਗਤਾ IT+ ਅਪ੍ਰੈਂਟਿਸ ਦੀ ਰੱਖਦੇ ਆ ਤਾਂ ਉਹਨਾਂ ਨੂੰ ਲਾਈਨਮੈਨ ਬਣਾ ਦੇਣ।
ਅਸੀਂ ਮਹਿਕਮੇ ਦੇ ਵਿੱਚ ਪਾਵਰਕਾਮ ਦੇ ਅਧਿਕਾਰੀਆਂ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਜਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਦੱਸਣਾ ਚਾਹੁੰਦੇ ਹਾਂ, ਅਸੀਂ ਮਹਿਕਮੇ ਦੇ ਵਿੱਚ ਨੌਕਰੀ ਕਰਨ ਆਏ ਹਾਂ ਤੇ ਸਰਕਾਰ ਦੇ ਵਫਾਦਾਰ ਸਿਪਾਹੀ ਹਾਂ। ਵਫਾਦਾਰ ਸਿਪਾਹੀ ਦੇ ਤੌਰ ਤੇ ਅਸੀਂ 24 ਘੰਟੇ ਮੌਤ ਦੇ ਮੂੰਹ ਦੇ ਵਿੱਚ ਕੰਮ ਕਰ ਰਹੇ ਹਾਂ। ਇਸ ਲਈ ਇਮੀਡੀਏਟਲੀ ਇਹਨਾਂ ਚੀਜ਼ਾਂ ਤੇ ਸੰਗਿਆਨ ਲੈਣ, ਜਾਂ ਤਾਂ ਉੱਥੋਂ ਲੈਟਰ ਇਸ਼ੂ ਕਰ ਦੇਣ ਵੀ ਇਹ ਬੰਦੀ ਡਿਊਟੀ ਕਰਨਗੇ। ਜੇ ਕੋਈ ਮਹਿਕਮੇ ਦੇ ਵਿੱਚ ਅੜਚਨ ਆ ਰਹੀ ਹੈ ਵੀ ਭਾਈ ਲਾਈਨਮੈਨ ਘੱਟ ਹੈ ਤਾਂ ਸਹਾਇਕ ਲਾਈਨਮੈਨਾਂ ਨੂੰ ਲਾਈਨਮੈਨ ਬਣਾਉਣ ਜੀ ਤੇ ਜਿਹੜੀਆਂ ਵੈਕੈਂਸੀਆਂ ਘੱਟ ਹੈ ਉਹਨਾਂ ਨੂੰ ਪੂਰਾ ਕੀਤਾ ਜਾਵੇ, ਨਵੀਂ ਵੈਕੈਂਸੀ ਭਰਤੀ ਕੀਤੀ ਜਾਵੇ ਤਾਂ ਜੋ ਜਿਹੜੇ ਬੇਰੁਜ਼ਗਾਰ ਸਾਥੀ ਸਾਡੇ ਫਿਰ ਰਹੇ ਹੈ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ। ਬਾਕੀ ਕੰਟੀਨਿਊ ਜਿਹੜੇ ਠੇਕਾ ਮੁਲਾਜ਼ਮ ਆ ਉਹਨਾਂ ਦੀਆਂ ਵੀ ਮੌਤਾਂ ਹੋ ਚੁੱਕੀਆਂ ਜਾਂ ਇਹਨਾਂ ਨੇ ਨੌਕਰੀਆਂ ਤੇ ਪਾਬੰਦੀ ਲਾਤੀ ਸੀ। ਜਿਹੜੇ ਡੈਥ ਕੇਸ ਵਾਲੇ ਆ ਉਹਨਾਂ ਨੂੰ ਵੀ ਨੌਕਰੀ ਮਿਲਣੀ ਚਾਹੀਦੀ ਜੀ ਬਕਾਇਦਾ ਤੌਰ ਤੇ। ਜਿਨ੍ਹਾਂ ਦਾ ਪਰਿਵਾਰ ਨੂੰ ਛੱਡ ਕੇ ਮੁਲਾਜ਼ਮ ਮਰ ਗਿਆ ਜਾਂ ਮੁੰਡਾ ਮਰ ਗਿਆ, ਉਹਨਾਂ ਦੇ ਪਰਿਵਾਰਾਂ ਨੂੰ ਵੀ ਰਤਨ ਜੀ ਨੌਕਰੀ ਮਿਲਣੀ ਚਾਹੀਦੀ। ਜਿਹੜੇ ਲਾਈਨਮੈਨ ਨੇ, ਲਾਈਨਮੈਨ ਦੀਆਂ ਅਸਾਮੀਆਂ ਵੀ ਖਾਲੀ ਪਈਆਂ ਪੰਜਾਬ 'ਚ? ਬਿਲਕੁਲ ਬਿਲਕੁਲ ਜੀ, ਖਾਲੀ ਪਈ। ਦੱਸ ਸਕਦੇ ਹੋ? 10,000 ਦੇ ਕਰੀਬ ਖਾਲੀ ਪਈ ਹੋਊਗੀ ਪੋਸਟ। 10,000 ਅਸਾਮੀ? ਹਾਂਜੀ 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 ਜੀ। ਮਹਿਮਾ ਜੀ ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਥੈਂਕ ਯੂ ਰਤਨ ਜੀ। ਸੋ ਇਹ ਵੀ ਇੱਕ ਮਾਮਲਾ ਗਾ, ਗੱਲ ਆਉਂਦੀ ਆ ਜਾਣ ਦੀ। ਜਾਣ ਚਾਹੇ ਫਿਰ ਉਹ ਬਿਜਲੀ ਮੁਲਾਜ਼ਮ ਦੀ ਹੋਵੇ, ਚਾਹੇ ਉਹ ਹੈਲਥ ਵਰਕਰ ਦੀ, ਚਾਹੇ ਫਿਰ ਰਾਜਨੀਤਿਕ ਲੀਡਰ ਦੀ। ਜਾਣ ਤਾਂ ਜਾਣ ਹੀ ਹੁੰਦੀ ਹੈ। ਇਹਨਾਂ ਦੀਆਂ ਆਪਣੀਆਂ ਮੰਗਾਂ ਗੀਆਂ, ਖਾਸ ਕਰਕੇ ਪਰਿਵਾਰ ਨੂੰ ਜਿਹੜਾ ਮੁਆਵਜ਼ਾ ਮਿਲਣਾ ਗਾ ਫਰੰਟ ਲਾਈਨ ਵਰਕਰ ਹੋਣ ਦੇ, ਜਾਂ ਨੌਕਰੀ ਮਿਲਣੀ ਆ, ਜਾਂ ਹੋਰ ਜਿਹੜੀਆਂ ਇਹਨਾਂ ਨਾਲ ਵਾਅਦੇ ਕੀਤੇ ਗਏ ਸੀਗੇ, ਕਿਉਂਕਿ ਸਹਾਇਕ ਲਾਈਨਮੈਨ ਦੇ ਕੰਮ ਕੁਝ ਹੋਰ ਨੇ, ਲੈ ਕੁਝ ਹੋਰ ਜਾ ਰਹੇ ਨੇ। ਅਸੀਂ ਉਮੀਦ ਕਰਦੇ ਹਾਂ ਇਸ ਮੁਲਾਕਾਤ ਦੇ ਰਾਹੀਂ ਲੀਡਰਾਂ ਦੇ ਕੰਨਾਂ ਤੇ ਜ਼ਰੂਰ ਸਰਕੂਗੀ। ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਮੁਲਾਕਾਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।